ਇਹ ਤਾਂ ਕਾਂਗਰਸੀ ਨੇ, ਇਹ ਅਕਾਲੀ ਨੇ, ਇਹ ਆਮ ਪਾਰਟੀ ਦੇ ਇਹ ਹੈਗੇ ਨੇ ਨਕਸਲਾਈਟ ਨੇ, ਇਹ ਮਾਓਵਾਦੀ ਨੇ, ਇਹਨਾਂ ਪਿੱਛੇ ਪਾਕਿਸਤਾਨ ਹੈ, ਇਹਨਾਂ ਪਿੱਛੇ ਚਾਈਨਾ ਹੈ। ਇਹ ਕਿਹੜੇ ਕਿਹੜੇ ਲਫ਼ਜ਼ ਆ ਜਿਹੜੇ ਸਾਡੇ ਖਿਲਾਫ ਇਹਨਾਂ ਨਹੀਂ ਬੋਲੇ। ਸਿੱਸਾ ਸਾਹਿਬ, ਜਿਹੜਾ ਤੁਹਾਡੇ ਹੱਥ ਵਿੱਚ ਕਾਫੀ ਲੰਮਾ ਚੌੜਾ ਮੈਟਰ ਹੈ, ਜਿਹੜਾ ਅਖਬਾਰਾਂ ਦੀ ਕਟਿੰਗ ਲਈ ਬੈਠੇ ਹੋ, ਇਹਦੇ ਵਿੱਚ ਕੀ ਇੰਨਾ ਵੱਡਾ ਜਿਹੜਾ ਤੁਸੀਂ ਜਾਦੂ ਛੁਪੋ ਕੇ ਰੱਖਿਆ ਹੋਇਆ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਮੈਂ ਹਾਂ ਗੁਰਸੇਵਕ ਸਿੰਘ ਪਾਣਾ। ਅੱਜ ਅਸੀਂ ਸਰਦਾਰ ਬਲਦੇਵ ਸਿੰਘ ਸਿੱਸਾ ਜੀ ਨਾਲ ਗੱਲ ਕਰਾਂਗੇ, ਕਿਉਂਕਿ ਇਹ ਲਗਾਤਾਰ ਸੰਯੁਕਤ ਮੋਰਚੇ ਦੇ ਜਿਹੜੇ ਹਿੱਸਾ ਨੇ ਮੈਂਬਰ ਨੇ। ਸੋ ਸਿੱਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿੱਸਾ ਸਾਹਿਬ, ਅਸੀਂ ਦੇਖ ਰਹੇ ਹਾਂ ਕਿ ਜਿਹੜੀ ਭਾਰਤ ਸਰਕਾਰ ਹੈ ਉਹ 26 ਵਾਲੀ ਜਿਹੜੀ ਆ ਸਾਡੀ ਪਰੇਡ ਆ ਉਹਨੂੰ ਲੈ ਕੇ ਬਹੁਤ ਗੰਭੀਰ ਹੋਈ ਆ, ਅਤੇ ਵਾਰ-ਵਾਰ ਇਹ ਗੱਲਾਂ ਆ ਰਹੀਆਂ ਕਿ ਤੁਸੀਂ ਜਿਹੜੀ ਆ ਪਰੇਡ ਆ ਬਾਰ-ਬਾਰ ਕਰ ਲਓ। ਜੇ ਦੇਖੋ ਵੀ ਸੰਯੁਕਤ ਮੋਰਚਾ ਇਸ ਬਾਰੇ ਵੀ ਕੀ ਸਲਾਹ ਕਰ ਰਿਹਾ ਕਿ ਅਸੀਂ ਜੇਕਰ ਸਰਕਾਰ ਅੰਦਰ ਨਹੀਂ ਵੜਨ ਦਿੰਦੀ ਜਾਂ ਦਿੱਲੀ ਪੁਲਿਸ ਜੇ ਅੜਚਣ ਆਉਂਦੀ ਆ ਤਾਂ ਸੰਯੁਕਤ ਮੋਰਚੇ ਦੇ ਬਾਰੇ ਕੀ ਫੈਸਲਾ ਲਊਗਾ? ਸੰਯੁਕਤ ਮੋਰਚਾ ਦਾ ਇੱਕੋ ਇੱਕ ਬਹੁਤ ਨੇਕ ਇਰਾਦਾ ਕਿ ਅਸੀਂ ਇਸ ਮੋਰਚੇ ਨੂੰ ਸ਼ਾਂਤਮਈ ਸ਼ੁਰੂ ਕੀਤਾ ਸੀ, ਸ਼ਾਂਤਮਈ ਰਿਹਾ, ਸ਼ਾਂਤਮਈ ਰੱਖਣਾ ਚਾਹੁੰਦੇ। ਸਾਡੇ ਵੱਲੋਂ ਕੋਈ ਵੀ ਐਸੀ ਕੋਈ ਹਰਕਤ ਨਹੀਂ ਹੋਏਗੀ, ਲੇਕਿਨ ਦਿੱਲੀ ਪੁਲਿਸ ਸਾਨੂੰ ਅੰਦਰ ਨਹੀਂ ਜਾਣ ਦਿੰਦੀ, ਕੋਈ ਆਗਿਆ ਨਹੀਂ ਦਿੰਦੀ, ਸਰਕਾਰ ਨਹੀਂ ਆਗਿਆ ਦਿੰਦੀ। ਉੱਥੇ ਫਿਰ ਸੰਯੁਕਤ ਮੋਰਚਾ ਜਿਹੜਾ ਹੈ ਉਹ ਗੰਭੀਰਤਾ ਨਾਲ ਵਿਚਾਰ ਕਰਕੇ ਜਿਹੜਾ ਉਹ ਫਿਰ ਵਿਚਾਰ ਕਰੇਗਾ ਕਿ ਅਸੀਂ ਇਹ ਜਿਹੜੀ ਟਰੈਕਟਰ ਰੈਲੀ ਆ ਇਹ ਕਿਸ ਤਰ੍ਹਾਂ ਜਿਹੜੀ ਆ ਕਿੱਥੋਂ ਚੱਲਣੀ ਆ, ਕਿੱਥੇ ਜਾਣੀ ਆ, ਕਿੱਥੋਂ ਮੁੜ ਕੇ ਆਉਣਾ ਹੈ, ਉਹ ਸਾਰਾ ਵਿਚਾਰ ਕਰਕੇ ਫਿਰ ਫੈਸਲਾ ਜਿਹੜਾ ਬਹੁਤ ਗੰਭੀਰਤਾ ਨਾਲ ਵਿਚਾਰ ਕਰਕੇ ਫੈਸਲਾ ਕਰੇ। ਇੱਕ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਲੈਟਰ ਆ ਬੀਜੇਪੀ ਦਾ ਹਿੰਸਕ ਲੈਟਰ ਜਿਹੜਾ ਉਹ ਵਾਇਰਲ ਹੋ ਰਿਹਾ ਕਿ ਜਿਹੜਾ 26 ਤਰੀਕ ਨੂੰ ਜਿਹੜਾ ਮਾਰਚ ਹੋਣਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਹਿੰਸਕ ਘਟਨਾ ਵਾਪਰਦੀ ਆ ਤਾਂ ਉਹਦੀ ਜਿਹੜੀ ਆ ਪੁਲਿਸ ਕਾਰਵਾਈ ਆ ਉਹ ਉਹਨਾਂ ਲੋਕਾਂ ਤੇ ਨਹੀਂ ਹੋਊਗੀ ਜਿਹੜੇ ਇਸ ਰੋਕਣ ਵਾਲੇ ਜਿਹੜੇ ਮਾਰਚ ਨੂੰ ਰੋਕਣ ਵਾਲੇ ਹੋਣਗੇ। ਇਹ ਜਿਹੜੀ ਆ ਡਿਟੇਲ ਬਾਰੇ ਸਾਨੂੰ ਦੱਸੋ ਵੀ ਉਹ ਜਿਹੜੀ ਘਟਨਾ ਉਹ ਕੀ ਆ ਤੇ ਉਹਨਾਂ ਦਾ ਜਿਹੜਾ ਲੈਟਰ ਆਉਣ ਵਾਲਾ ਉਹ ਕਿਹਨਾਂ ਨੇ ਭੇਜਿਆ? ਦੇਖੋ ਜੀ, ਗੱਲ ਇਹ ਹੈ ਕਿ ਇਹ ਜਿਹੜਾ ਲੈਟਰ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ ਬੀਜੇਪੀ ਦੇ ਲੈਟਰ ਪੈਡ ਤੇ ਇਹ ਲੈਟਰ ਹੈ, ਔਰ ਦਿੱਲੀ ਜਿਹੜੀ ਇਕਾਈ ਹੈ, ਦਿੱਲੀ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਵੱਲੋਂ ਆ ਕਮਲ ਦਾ ਫੁੱਲ ਹੈ ਤੇ ਆਹ ਲੈਟਰ ਪੈਡ ਹੈ। ਔਰ ਇਹ ਲੈਟਰ ਪੈਡ ਜਾਰੀ ਕਰਨ ਵਾਲਾ ਜਿਹੜਾ ਉਹ ਹੈਗਾ ਰਜੇਸ਼ ਭਾਟੀਆ, ਮਹਾਮੰਤਰੀ ਪ੍ਰਦੇਸ਼ ਮੁਖਿਆਲਾ ਪ੍ਰਮੁੱਖ, ਇਹਦੇ ਵੱਲੋਂ ਜਾਰੀ ਕੀਤਾ ਗਿਆ। ਔਰ ਇਸ ਲੈਟਰ ਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਜਿਹੜੇ ਇਹ ਕਿਸਾਨ ਨੇ ਇਹਨਾਂ ਦੇ ਨਾਲ ਹੁਣ ਤੱਕ ਸਰਕਾਰ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਜਿਹੜਾ ਨਹੀਂ ਨਿਕਲਿਆ, ਜਿਸ ਕਰਕੇ ਕਿਸਾਨ ਜਿਹੜੇ ਨੇ ਅੜੇ ਹੋਏ ਨੇ। ਤੇ ਇਹ 26 ਤਰੀਕ ਨੂੰ ਹੁਣ 26 ਜਨਵਰੀ ਨੂੰ ਇਹ ਰੈਲੀ ਕਰ ਰਹੇ ਨੇ, ਟਰੈਕਟਰ ਰੈਲੀ, ਤੇ ਇਹਨਾਂ ਦੀ ਟਰੈਕਟਰ ਰੈਲੀ ਜਿਹੜੀ ਆ ਉਹ ਨਹੀਂ ਹੋਣ ਦੇਣੀ। ਇਹਨਾਂ ਦੇਸ਼ ਧਰੋਹੀਆਂ ਨੂੰ ਸਾਨੂੰ ਦੇਸ਼ ਧਰੋਹੀ ਵੀ ਕਿਹਾ ਗਿਆ ਔਰ ਇੱਥੋਂ ਤੱਕ ਕਹਿਤਾ ਹੈ ਕਿ ਇਹਨਾਂ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਭਾਵ ਬੋਲਣ ਤੋਂ ਵੀ ਬੰਦ ਕਰਨਾ ਹੈ, ਸਾਡੀ ਬੋਲਣ ਤੇ ਵੀ ਪਾਬੰਦੀ, ਸਾਡੇ ਟਰੈਕਟਰ ਰੈਲੀ ਤੇ ਵੀ ਪਾਬੰਦੀ। ਤੇ ਜੇ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਹੁੰਦੀ ਹੈ, ਜੇ ਦਿੱਲੀ ਟਰੈਕਟਰ ਰੈਲੀ ਹੁੰਦੀ ਆ ਤੇ ਇਹਨੂੰ ਤੁਸੀਂ ਹਰ ਹੀਲੇ ਰੋਕਣਾ ਹੈ। ਔਰ ਇਹਨਾਂ ਨੂੰ ਰੋਕਣ ਸਮੇਂ ਜੇ ਕੋਈ ਕਿਸੇ ਕਿਸਮ ਦੀ ਹਿੰਸਕ ਕਾਰਵਾਈ ਹੁੰਦੀ ਆ, ਮਤਲਬ ਜਿਹੜੇ ਬੀਜੇਪੀ ਦੇ ਵਰਕਰ ਨੇ ਉਹਨਾਂ ਵੱਲੋਂ, ਤਾਂ ਤੁਸੀਂ ਪਰਵਾਹ ਨਹੀਂ ਕਰਨੀ ਕਿਸੇ ਵੀ ਕਿਸਮ ਦੀ। ਜੇ ਕੋਈ ਤੁਹਾਡੇ ਵੱਲੋਂ ਹਿੰਸਕ ਘਟਨਾ ਵਾਪਰਦੀ ਆ ਕਿਸਾਨਾਂ ਦੇ ਵਿਰੁੱਧ ਤੇ ਤੁਹਾਡੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਇਹਨਾਂ ਕੁਝ ਕਹਿਣਾ ਤੇ ਇਹ ਸਪਸ਼ਟ ਕਰਦਾ ਹੈ ਵੀ ਇਹ ਹਿੰਸਾ ਜਿਹੜੀ ਆ ਕਰਾਉਣਗੇ ਹੀ ਕਰਾਉਣਗੇ। ਦੇਖੋ, ਜੇਕਰ ਇਹ ਲੈਟਰ ਉਹਨਾਂ ਨੇ ਰਿਲੀਜ਼ ਕੀਤਾ ਤਾਂ ਸ਼ਰੇਆਮ ਉਹਨਾਂ ਨੇ ਇਹ ਆਪਦੇ ਵਰਕਰਾਂ ਨੂੰ ਜਿਹੜਾ ਸੰਬੋਧਨ ਹੋ ਕੇ ਲਿਖਿਆ। ਇਹ ਜਿਹੜਾ ਲੈਟਰ ਤੁਹਾਡੇ ਤੱਕ ਕਿਵੇਂ ਪਹੁੰਚਿਆ? ਮੈਂ ਸੋਸ਼ਲ ਮੀਡੀਆ ਤੋਂ ਲਿਆ, ਔਰ ਜਦੋਂ ਸੋਸ਼ਲ ਮੀਡੀਆ ਤੋਂ ਲਿਆ ਤੇ ਉਸ ਤੋਂ ਬਾਅਦ ਮੈਂ ਇਹ ਟੀਵੀ ਚੈਨਲਾਂ ਦੇ ਉੱਤੇ ਇਹਦੀ ਖਬਰ ਜਿਹੜੀ ਆ ਉਹ ਨਸ਼ਰ ਕੀਤੀ ਆ। ਇਹ ਡਿਬੇਟ ਹੋ ਰਹੀ ਸੀ ਮੇਰੀ ਜੀ ਨਿਊਜ਼ ਚੈਨਲ ਤੇ ਆਜ ਤੱਕ ਚੈਨਲ ਤੇ, ਹੋਰ ਵੀ 3-4 ਚੱਲਦੇ। ਇਹ 15 ਤਰੀਕ ਨੂੰ ਇਸ਼ੂ ਹੁੰਦਾ, 16 ਤਰੀਕ ਨੂੰ ਮੇਰੀ ਡਿਬੇਟ ਹੁੰਦੀ ਆ ਸ਼ਾਮ ਦੇ ਟਾਈਮ ਤੇ। ਉਸ ਡਿਬੇਟ ਦੇ ਵਿੱਚ ਮੈਂ ਇਹ ਜਿਹੜਾ ਲੈਟਰ ਸੀ ਇਹਦਾ ਹਵਾਲਾ ਦਿੱਤਾ ਹੈ ਤੇ ਉਸ ਟਾਈਮ ਤੇ ਬੀਜੇਪੀ ਵਾਲੇ ਮੇਰੇ ਲੈਟਰ ਦੇ ਜਵਾਬ ਵਿੱਚ, ਸਵਾਲ ਦੇ ਜਵਾਬ 'ਚ ਕਹਿੰਦੇ ਆ ਜੀ ਇਹਦੀ ਮਤਲਬ ਕਿ ਅਸੀਂ ਨਹੀਂ ਲਿਖਿਆ। ਮੈਂ ਜੇ ਤੁਸੀਂ ਨਹੀਂ ਲਿਖਿਆ ਤੇ ਫਿਰ ਇਹ ਦੱਸੋ
ਫਿਰ ਇੱਥੇ ਜਿਹੜਾ ਰਜੇਸ਼ ਭਾਟੀਆ ਉਹ ਵੀ ਟਵੀਟ ਕਰਦਾ ਹੈ ਕਿ ਇਹ ਜਿਹੜਾ ਲੈਟਰ ਹੈ ਇਹਦੀ ਸਾਡੇ ਲੈਟਰ ਦੀ ਦੁਰਵਰਤੋਂ ਹੋਈ। ਦੁਰਵਰਤੋਂ ਕਿਹਨੇ ਕੀਤੀ? ਇਹ ਲੈਟਰ ਪੈਡ ਚੋਰੀ ਕਿਹਨੇ ਕੀਤਾ? ਇਹ ਟਾਈਪ ਕਿਹਨੇ ਕਰਾਇਆ? ਉਹ ਕਿਹਦੇ ਨਾਲ ਸੀ? ਉਹਦੇ ਨਾਲ ਬੰਦੇ ਹੋਰ ਕੌਣ ਸੀ? ਸੋ ਉਹ ਸਾਰੇ ਜਿਹੜੇ ਨੇ ਉਹ ਸਾਰੇ ਸਾਹਮਣੇ ਹੋਣੇ ਚਾਹੀਦੇ ਆ। ਤੇ ਫਿਰ ਇਹ ਨਹੀਂ ਕਹਿ ਦੇਣ ਕਿ ਇਹ ਜੀ ਸਾਡਾ ਚੋਰੀ ਆ, ਦੁਰਵਰਤੋਂ ਕੀਤੀ ਆ। ਇਹ ਦੁਰਵਰਤੋਂ ਕਹਿ ਕੇ ਫਾਰਗ ਹੋ ਗਏ। ਇਹਨਾਂ ਦਾ ਕੋਈ ਸਪਸ਼ਟੀਕਰਨ ਇਸ ਲੈਟਰ ਨੂੰ ਲੈ ਕੇ, ਜੇਕਰ ਉਹ ਕਹਿੰਦੇ ਆ ਵੀ ਦੁਰਵਰਤੋਂ ਹੋਈ ਹੈ, ਤਾਂ ਉਹਨਾਂ ਦਾ ਕੋਈ ਇਦਾਂ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੋਵੇ? ਜ਼ਬਾਨੀ ਕਲਾਮ ਵੀ ਸਪਸ਼ਟੀਕਰਨ ਨੂੰ ਕਿਵੇਂ ਮੰਨਿਆ ਜਾਵੇ ਜਦੋਂ ਉਹ ਹੁਣ ਤੱਕ ਜੋ ਸਾਡੇ ਖਿਲਾਫ ਬੋਲ ਚੁੱਕੇ ਨੇ? ਉਹਨਾਂ ਨੇ ਸਾਡੇ ਖਿਲਾਫ ਕਿਹੜਾ ਸ਼ਬਦ ਹੈ ਜਿਹੜਾ ਨਹੀਂ ਬੋਲਿਆ? ਕਦੀ ਉਹਨਾਂ ਨੇ ਕਿਹਾ ਇਹ ਤਾਂ ਕਿਸਾਨ ਹੀ ਨਹੀਂ ਗਏ, ਇਹ ਤਾਂ ਕਾਂਗਰਸੀ ਨੇ, ਇਹ ਅਕਾਲੀ ਨੇ, ਇਹ ਆਮ ਪਾਰਟੀ ਦੇ ਨੇ, ਇਹ ਹੈਗੇ ਨੇ ਨਕਸਲਾਈਟ ਨੇ, ਇਹ ਮਾਓਵਾਦੀ ਨੇ, ਇਹਨਾਂ ਪਿੱਛੇ ਪਾਕਿਸਤਾਨ ਹੈ, ਇਹਨਾਂ ਪਿੱਛੇ ਚਾਈਨਾ ਹੈ। ਇਹ ਕਿਹੜੇ ਕਿਹੜੇ ਲਫ਼ਜ਼ ਆ ਜਿਹੜੇ ਸਾਡੇ ਖਿਲਾਫ ਇਹਨਾਂ ਨਹੀਂ ਬੋਲੇ? ਤੇ ਉਦੋਂ ਇਹਨਾਂ ਨੇ ਕੀ ਕੀਤਾ? ਉਹ ਇਹਨਾਂ ਬੋਲੇ ਕਿ ਨਹੀਂ ਬੋਲੇ? ਇਸ ਕਰਕੇ ਸਾਡੇ ਖਿਲਾਫ ਇਹ ਭੜਕਾ ਰਹੇ ਲੋਕਾਂ ਨੂੰ ਵੀ ਇਹ ਕਿਸਾਨ ਨਹੀਂ। ਤੇ ਇਹ ਲੈਟਰ ਜਿਹੜਾ ਸ਼ਰੇਆਮ ਮੈਂ ਕਹਾਂਗਾ ਕਿ ਉਹਨਾਂ ਦਾ ਇਹ ਸਿਰਫ ਜ਼ਬਾਨੀ ਸਪਸ਼ਟੀਕਰਨ ਦੇ ਨਾਲ ਉਹ ਸਾਫ਼ ਨਹੀਂ ਹੋ ਸਕਦੇ। ਉਹ ਦਿੱਲੀ ਸਰਕਾਰ ਜਿਹੜੀ ਕੇਂਦਰ ਸਰਕਾਰ ਜਿਹੜੀ ਆ, ਦਿੱਲੀ ਪੁਲਿਸ ਜ਼ਿੰਮੇਵਾਰ ਹੈ, ਕਿਉਂਕਿ ਦਿੱਲੀ ਦੇ ਵਿੱਚੋਂ ਇਹ ਲੈਟਰ ਪੈਡ ਜਿਹੜਾ ਇਹ ਦਿੱਲੀ ਤੋਂ ਹੀ ਜਾਰੀ ਹੋਇਆ, ਜਿਹੜਾ ਕਿ ਦਿੱਲੀ ਜਿਹੜੀ ਇਹਨਾਂ ਦੀ ਹੈਗੀ ਆ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਪ੍ਰਦੇਸ਼ ਜਿਹੜਾ ਉਹ ਇਹਦਾ ਜ਼ਿੰਮੇਵਾਰ ਹੈ। ਦਿੱਲੀ ਸੂਬਾ ਜ਼ਿੰਮੇਵਾਰ ਹੈ ਔਰ ਦਿੱਲੀ ਪੁਲਿਸ ਜਿਹੜੀ ਆ ਉਹ ਜ਼ਿੰਮੇਵਾਰ ਹੈ। ਦਿੱਲੀ ਪੁਲਿਸ ਕੇਂਦਰ ਦੇ ਅਧੀਨ ਹੈ। ਤੇ ਫਿਰ ਇਹ ਪਾਰਟੀ ਜਿਹੜੀ ਆ, ਜੇ ਇਹਨਾਂ ਨੇ ਇਹ ਲੈਟਰ ਪੈਡ ਆ ਨਹੀਂ ਲਿਖਿਆ ਰਜੇਸ਼ ਭਾਟੀਆ ਨੇ, ਇਹ ਪੜਤਾਲ ਕਰਾਵੇ। ਕੋਈ ਜ਼ਿੰਮੇਵਾਰੀ ਉਹਨਾਂ ਦੀ ਆਉਂਦੀ ਆ, ਸਰਕਾਰ ਉਹਨਾਂ ਦੀ ਆ, ਸਾਰੀਆਂ ਏਜੰਸੀਆਂ ਉਹਨਾਂ ਦੀ ਆ, ਪੁਲਿਸ ਉਹਨਾਂ ਦੀ ਆ। ਉਹ ਪਤਾ ਕਰਨ ਵੀ ਇਹ ਕਿੰਨੇ ਜਿਹੜਾ ਹੈ ਇਹ ਲੈਟਰ ਜਿਹੜਾ ਇਹ ਜਾਰੀ ਕੀਤਾ। ਕਿਤੇ ਨਾ ਕਿਤੇ ਇਹ ਜਿਵੇਂ ਆਪਾਂ ਲੈਟਰ ਦੇਖਦੇ ਹਾਂ ਕਿ ਉਹ ਗੁੰਡਾਗਰਦੀ ਸ਼ਰੇਆਮ ਕਰ ਰਹੇ ਆ, ਤੇ ਇੱਕ ਸ਼ਰੇਆਮ ਜਿਹੜੀ ਸਰਕਾਰ ਆ ਉਹ ਦਰਸਾ ਰਹੀ ਆ ਕਿ 9 ਮੀਟਿੰਗਾਂ ਲਗਭਗ ਹੋ ਚੁੱਕੀਆਂ ਸਰਕਾਰ ਦੇ ਨਾਲ। ਸਰਕਾਰ ਭਾਰਤੀ ਆਮ ਜਨਤਾ ਨੂੰ ਦਰਸਾ ਰਹੀ ਆ ਕਿ ਅਸੀਂ ਕਿਸਾਨਾਂ ਨਾਲ ਮਿਲ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕਿਸਾਨ ਜਿਹੜੇ ਆ ਉਹ ਆਪਦੀ ਅੜੀ ਤੜੇ ਹੋਏ ਆ, ਕਿਸੇ ਗੱਲ ਤੇ ਮੰਨਣ ਨੂੰ ਤਿਆਰ ਨਹੀਂ। ਅਸੀਂ ਵਾਰ-ਵਾਰ ਮੀਟਿੰਗਾਂ ਕਰ ਰਹੇ ਹਾਂ। ਸਰਕਾਰ ਅੜੀ ਆ ਕਿ ਅਸੀਂ ਅੜੇ ਆ? ਸਰਕਾਰ ਨੇ ਪਹਿਲਾਂ ਤੋਂ ਜਦੋਂ ਸ਼ੁਰੂ 'ਚ ਹੋਇਆ, ਸਰਕਾਰ ਵੇਖੋ ਕਿਸ ਤਰ੍ਹਾਂ ਕਰਦੀ ਰਹੀ ਆ। ਥੋੜ੍ਹਾ ਜਿਹਾ ਪਿਛੋਕੜ ਨੇ ਨਾ ਭੁੱਲੋ ਉਹਨਾਂ ਦਾ। ਜਦੋਂ ਤੋਂ ਮੋਰਚਾ ਸ਼ੁਰੂ ਹੋਇਆ, ਜਦੋਂ ਅਸੀਂ ਰੇਲਵੇ ਟਰੈਕਾਂ 'ਤੇ ਬੈਠੇ, ਉਸ ਟਾਈਮ ਦੇ ਉੱਤੇ ਇਹੀ ਨਰਿੰਦਰ ਸਿੰਘ ਤੋਮਰ ਕ੍ਰਿਸ਼ੀ ਮੰਤਰੀ ਜਿਹੜਾ ਖੇਤੀ ਮੰਤਰੀ ਆ, ਇਹਨਾਂ ਸਾਨੂੰ ਉੱਥੇ ਬੁਲਾਇਆ ਮੀਟਿੰਗ ਲਈ ਇੱਥੇ ਦਿੱਲੀ। ਤੇ ਸਾਨੂੰ ਦਿੱਲੀ ਬੁਲਾ ਕੇ ਤੇ ਆਪੇ ਪੰਜਾਬ ਚਲੇ ਗਿਆ ਮੰਤਰੀਆਂ ਦੀ ਫੌਜ ਲੈ ਕੇ ਕਿਸਾਨਾਂ ਨੂੰ ਭੜਕਾਉਣ ਲਈ ਵੀ ਇਹ ਤਾਂ ਕਿਸਾਨ ਹੀ ਨਹੀਂ ਗਏ, ਇਹ ਤੁਹਾਡੇ ਹਿੱਤ 'ਚ ਨੇ। ਸਾਡੇ ਨਾਲ ਮੀਟਿੰਗਾਂ ਹੋਈਆਂ, ਉੱਥੇ ਕਹਿਣ ਲੱਗੇ ਕਿਸਾਨ ਤੁਹਾਡੇ ਕਿਸਾਨਾਂ ਦੇ ਹਿੱਤ 'ਚ ਨੇ। ਜਦੋਂ ਇੱਕ ਬਿੰਦੂ ਤੇ ਚਰਚਾ ਹੋਈ ਤੇ ਉਸ ਤੋਂ ਬਾਅਦ ਇਹਨਾਂ ਮੰਨ ਲਿਆ ਵੀ ਵਾਕਿਆ ਹੀ ਇਹ ਕਿਸਾਨ ਦੇ ਹਿੱਤਾਂ 'ਚ ਨਹੀਂ, ਤੇ ਇਹ ਤੁਸੀਂ ਇਹ 'ਚ ਸੰਸ਼ੋਧਨ ਕਰਾ ਲਓ। ਇੱਥੋਂ ਤੱਕ ਕਹਿਤਾ ਵੀ ਤੁਸੀਂ ਖਾਲੀ ਡੱਬਾ ਸਾਨੂੰ ਦੇ ਦਿਓ, ਬਾਕੀ ਸਾਰਾ ਕੁਝ ਤੁਸੀਂ ਇਹ 'ਚੋਂ ਕੱਢ ਲਓ, ਜੋ ਵੀ ਸੰਸ਼ੋਧਨ ਕਰਾਉਣਾ ਕਰਾ ਲਓ। ਤੇ ਫਿਰ ਜੇ ਇਹ ਗੱਲਾਂ ਨੇ ਤੇ ਕਿਸਾਨਾਂ ਦੇ ਹਿੱਤ 'ਚ ਜਦੋਂ ਨਹੀਂ, ਤੇ ਅਸੀਂ ਕਹਿਤਾ ਤੁਹਾਡੇ ਹਿੱਤ 'ਚ ਸਾਡੇ ਹਿੱਤ 'ਚ ਨਹੀਂ, ਸਾਨੂੰ ਇਹ ਨਹੀਂ ਚਾਹੀਦੇ। ਅਸੀਂ ਇਹ ਗੱਲ ਕਹੀ ਵੀ ਅਸੀਂ ਤੁਹਾਨੂੰ ਦੱਸਤਾ ਹੈ ਵੀ ਸਾਡੇ ਹਿੱਤ 'ਚ ਨਹੀਂ, ਸਾਡਾ ਆਹ ਨੁਕਸਾਨ ਹੈ, ਤੇ ਤੁਸੀਂ ਦੱਸੋ ਵੀ ਜੇ ਇਹਨਾਂ ਨੂੰ ਰੱਦ ਕਰ ਦਿਓ ਤੁਹਾਡਾ ਨੁਕਸਾਨ ਕੀ ਹੈ? ਇਹ ਸਾਨੂੰ ਅੱਜ ਤੱਕ ਨਹੀਂ ਦੱਸ ਸਕੇ। ਤੇ ਜੇ ਦੱਸੀ ਕਰਦੇ ਆ ਕਿ ਉਹ ਕਰਦੇ ਨੇ। ਇਹ ਕਿਤੇ ਨਾ ਕਿਤੇ ਸਾਹਮਣੇ ਇਹ ਵੀ ਆਉਂਦਾ ਕਿ ਸਰਕਾਰ ਜਦੋਂ ਕਰੋਨਾ ਕਾਲ ਸੀਗਾ ਉਦੋਂ ਭਾਰਤੀ ਆਮ ਜਨਤਾ ਨੂੰ ਕਿਹਾ ਕਿ ਆਤਮ ਨਿਰਭਰ ਹੋ ਜਾਓ, ਆਪਦੇ ਆਪ ਦੇ ਅਧੀਨ ਹੋ ਜਾਓ, ਜਿਵੇਂ ਤੁਸੀਂ ਤੁਹਾਡੇ ਤੋਂ ਡੰਗ ਸਰਦਾ ਸਾਰੋ। ਪਰ ਅੱਜ ਧੱਕੇ ਨਾਲ ਜਿਹੜੇ ਕਾਨੂੰਨ ਸਾਡੇ ਤੋਪੇ ਜਾ ਰਹੇ ਕਿ ਤੁਹਾਡੇ ਫਾਇਦੇ ਲਈ ਆ। ਇਹ ਨਹੀਂ ਲੱਗਦਾ ਕਿ ਸਰਕਾਰ ਸਾਡੇ ਨਾਲ ਸ਼ਰੇਆਮ ਧੱਕਾ ਕਰਕੇ ਸਾਡਾ ਨੁਕਸਾਨ ਕਰਕੇ ਉਹਦਾ ਫਾਇਦਾ ਚਾਹੁੰਦੀ ਆ, ਕਿਉਂਕਿ ਉਹ ਅਡਾਨੀਆਂ ਬਾਨੀਆਂ ਦਾ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਜਿਹੜੀ ਰਲ ਕੇ ਭਾਰਤੀ ਆਮ ਜਨਤਾ ਨੂੰ ਜਿਹੜਾ ਕੁਚਲਣਾ ਚਾਹੁੰਦੀ ਹੈ? ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਇਹ ਸਰਕਾਰ ਹੈ ਇਹਨੇ ਹੁਣ ਤੱਕ ਜਿਹੜਾ ਵੀ ਅੜੀ ਹੋਈ ਆ, ਕਿਉਂ ਅੜੀ ਹੋਈ? ਮੈਂ ਤਾਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰੂੰਗਾ ਕਿ ਅਸੀਂ ਇਹਨਾਂ ਨੂੰ ਜਦੋਂ ਦੱਸ ਚੁੱਕੇ ਸਭ ਕੁਝ ਵੀ ਇਹ ਜਿਹੜੇ ਕਾਨੂੰਨ ਨੇ ਸਾਡੇ ਹਿੱਤ 'ਚ ਨਹੀਂ, ਤੇ ਅਸੀਂ ਇਹਨਾਂ ਨੂੰ ਦੱਸਤਾ ਵੀ ਜਿਹੜੀਆਂ ਅਨਾਜ ਮੰਡੀਆਂ, ਜਿਹੜੀਆਂ ਤੁਸੀਂ ਨਵੀਂ ਮੰਡੀਆਂ ਤੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਲਿਆ ਰਹੇ ਹੋ, ਇਹਨਾਂ ਪ੍ਰਾਈਵੇਟ ਮੰਡੀਆਂ 'ਚ ਸਾਡਾ ਕਿਸ ਤਰ੍ਹਾਂ ਨੁਕਸਾਨ ਹੋਣਾ। ਪਰ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਜਿਹੜੇ ਨੇ ਅੜੇ ਹੋਏ ਨੇ। ਇਹ ਅੱਜ ਨਾਂ ਦੀ ਸਰਕਾਰ ਹੈ, ਅਸਲ ਸਰਕਾਰ ਅੰਬਾਨੀ ਤੇ ਅਡਾਨੀ ਨੇ। ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਉਹਨਾਂ ਨੇ ਬਣਾਈ ਆ, ਉਹਨਾਂ ਦੇ ਦਬਾਅ ਹੇਠੀ ਇਹ ਸਾਡੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ। ਇਹ ਸਰਕਾਰਾਂ ਦੀ ਕੋਈ ਗੱਲ ਨਹੀਂ। ਇੱਕ ਤੁਹਾਨੂੰ NIA ਵੱਲੋਂ ਨੋਟਿਸ ਆਇਆ ਕਿ ਤੁਸੀਂ ਜਿਹੜਾ ਕਿ ਤੁਹਾਨੂੰ ਫੰਡਿੰਗ ਹੁੰਦੀ ਆ ਜਿੱਦਾਂ ਦੀਆਂ ਗੱਲਾਂ ਬਾਤਾਂ ਲੈ ਕੇ UAPA ਦੇ ਤਹਿਤ ਤੁਹਾਨੂੰ ਜਿਹੜਾ ਉਹ ਨੋਟਿਸ ਜਾਰੀ ਕਰਦੇ ਹੋ, ਉਹ ਤੁਸੀਂ ਉਹਦੇ ਵਿੱਚ ਜਾ ਰਹੇ ਹੋ, ਪੇਸ਼ ਹੋ ਰਹੇ ਹੋ? ਨਹੀਂ ਜੀ,
ਮੈਂ ਪੇਸ਼ ਕਿਉਂ ਹੋਵਾਂਗਾ? ਕਿਉਂਕਿ ਸੰਯੁਕਤ ਮੋਰਚੇ ਨੇ ਇਹ ਫੈਸਲਾ ਕਰ ਲਿਆ ਕਿ ਨਹੀਂ ਜਾਣਾ, ਤੇ ਉਹਨਾਂ 40 ਚੋਂ ਮੈਂ ਇੱਕ ਹੈ, 39 ਇੱਕ ਪਾਸੇ ਨੇ ਤੇ ਮੈਂ 40ਵਾਂ। ਨੋਟਿਸ ਮੈਨੂੰ ਆਇਆ, ਉਹ ਕਹਿੰਦੇ ਨਹੀਂ ਜਾਣਾ, ਤਾਂ ਮੈਂ ਤਾਂ ਪਹਿਲਾਂ ਹੀ ਨਹੀਂ ਜਾਣ ਦੇ ਇਰਾਦੇ 'ਚ। ਕਿਉਂਕਿ 15 ਤਰੀਕ ਦੀ ਰਾਤ ਨੂੰ 11:30 ਵਜੇ ਮੈਨੂੰ ਇੱਕ ਪੱਤਰਕਾਰ ਦਾ ਫੋਨ ਆਉਂਦਾ ਵੀ ਤੁਹਾਡੇ ਖਿਲਾਫ ਜੀ ਨੋਟਿਸ ਹੋਇਆ। ਮੈਂ ਵੀ ਨਹੀਂ, ਉਹਨੇ ਪੜ੍ਹ ਕੇ ਸੁਣਾ, ਫਿਰ ਪੁੱਛਦੇ ਹੁਣ ਜਾਓਗੇ? ਮੈਂ ਕਿਹਾ ਨਹੀਂ, ਕਿਉਂਕਿ ਏਡੇ ਸ਼ਾਰਟ ਟਾਈਮ ਦੇ ਉੱਤੇ ਮੈਂ ਨੋਟਿਸ 'ਤੇ ਨਹੀਂ ਜਾ ਸਕਦਾ। ਤੇ ਅਗਲੇ ਦਿਨ ਜਦੋਂ ਸੰਯੁਕਤ ਮੋਰਚੇ ਨੇ ਕਹਿ ਦਿੱਤਾ ਕਿ ਨਹੀਂ ਜਾਣਾ, ਤੇ ਵੀ ਮੈਂ ਕਿਉਂ ਜਾਊਂਗਾ? ਮੇਰਾ NI ਮੇਰੇ ਵਾਸਤੇ ਤਾਂ NIA ਸੰਯੁਕਤ ਮੋਰਚਾ ਹੈ। ਹਾਂ, ਮੈਂ ਉਹਨਾਂ ਦੇ ਨਹੀਂ ਕਿਸੇ ਮੰਨਦਾ, ਸੰਯੁਕਤ ਮੋਰਚੇ ਨੂੰ ਮੰਨੂਗਾ। 26 ਤਰੀਕ ਦੀ ਜਿਹੜੀ ਆ ਆਉਣ ਵਾਲੀ ਲਾਮਬੰਦੀ ਆਉਂਦੇ ਲਈ ਆਪਾਂ ਨੌਜਵਾਨਾਂ ਨੂੰ ਤੁਸੀਂ ਕਿਸ ਨਾਲ ਚਾਹੁੰਦੇ ਹੋ? ਬਿਲਕੁਲ, ਨੌਜਵਾਨ ਬਹੁਤ ਸੁਚੇਤ ਹੈ, ਜੋਸ਼ ਦੇ ਨਾਲ ਉਹ ਹੋਸ਼ 'ਚ ਹੈ। ਮੈਂ ਹੁਣ ਜਿਹੜੀਆਂ ਮੀਟਿੰਗਾਂ ਪਠਾਨਕੋਟ ਜਾਂ ਗੁਰਦਾਸਪੁਰ ਜਾਂ ਅੰਮ੍ਰਿਤਸਰ ਕਰਕੇ ਆਇਆ, ਤੇ ਉੱਥੇ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ। ਇੱਥੇ ਤੋਂ ਸਵੇਰੇ ਮੈਂ ਬੋਲਿਆ ਤੇ ਪੁੱਛਿਆ ਵੀ ਦੱਸੋ ਕਿਸ ਤਰ੍ਹਾਂ ਵੀ ਤੁਸੀਂ ਇਹ ਸੰਘਰਸ਼ ਜਿੱਤਣਾ ਹੈ? ਕਹਿੰਦੇ ਜਿੱਤਣਾ ਹੈ। ਕਿਸ ਤਰੀਕੇ ਨਾਲ ਇਹਨੂੰ, ਜੇ ਹਿੰਸਕ ਰੂਪ 'ਚ ਸਰਕਾਰ ਦੇ ਜਿਹੜੇ ਹੈਗੇ ਨੇ ਮਨਸੂਬੇ ਨੇ, ਜਿਵੇਂ ਹਿੰਸਕ ਕਰਾਉਣਾ ਚਾਹੁੰਦੇ ਨੇ, ਕੀ ਆਪਾਂ ਉਸ ਤਰ੍ਹਾਂ ਜਿੱਤ ਸਕਦੇ ਹਾਂ? ਉਹ ਕਹਿੰਦੇ ਬਿਲਕੁਲ ਨਹੀਂ, ਹਿੰਸਕ ਨਹੀਂ ਹੋਣਾ ਚਾਹੀਦਾ, ਸ਼ਾਂਤਮਈ ਰਹਿਣਾ ਚਾਹੀਦਾ। ਸੋ ਅਸੀਂ ਇਹਨੂੰ ਸ਼ਾਂਤਮਈ ਸ਼ੁਰੂ ਕੀਤਾ ਸੀ, ਸ਼ਾਂਤਮਈ ਚੱਲਿਆ, ਸ਼ਾਂਤਮਈ ਰੱਖਣਾ ਚਾਹੁੰਦੇ ਹਾਂ। ਤੇ ਜੇ ਕੋਈ ਹਿੰਸਕ ਘਟਨਾ ਵਾਪਰਦੀ ਆ ਤੇ ਉਹਦੀ ਸਾਰੀ ਜ਼ਿੰਮੇਵਾਰੀ ਕੇਂਦਰੀ ਏਜੰਸੀਆਂ ਤੇ ਕੇਂਦਰ ਦੀ ਸਰਕਾਰ ਤੇ ਦਿੱਲੀ ਪੁਲਿਸ ਦੀ ਹੋਵੇਗੀ। ਸਿਰਸਾ ਸਾਹਿਬ, ਜਿਹੜਾ ਤੁਹਾਡੇ ਹੱਥ ਵਿੱਚ ਕਾਫੀ ਲੰਮਾ ਚੌੜਾ ਮੈਟਰ ਹੈ, ਜਿਹੜਾ ਅਖਬਾਰਾਂ ਦੀਆਂ ਕਟਿੰਗ ਲਈ ਬੈਠੇ ਹੋ, ਇਹਦੇ ਵਿੱਚ ਕੀ ਇੰਨਾ ਵੱਡਾ ਜਿਹੜਾ ਤੁਸੀਂ ਜਾਦੂ ਛੁਪੋ ਕੇ ਰੱਖਿਆ ਹੋਇਆ? ਇਹਦੇ 'ਚ ਇਹ ਹੈ ਜੀ ਕਿ ਜਦੋਂ ਸਾਡੀ ਗੱਲਬਾਤ ਸਰਕਾਰ ਦੇ ਨਾਲ ਜਿਹੜੀ ਸੀ ਉਹ ਚੱਲ ਰਹੀ ਸੀ, ਉਸ ਸਮੇਂ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ 16/12/2020 ਦੇ ਵਿੱਚ ਦੈਨਿਕ ਭਾਸਕਰ ਅਖਬਾਰ ਦੇ ਵਿੱਚ ਆ ਖਬਰ ਲੱਗੀ। ਮੱਧ ਪ੍ਰਦੇਸ਼ ਦਾ ਹੋਸ਼ੰਗਾਬਾਦ ਜ਼ਿਲ੍ਹਾ ਹੈ, ਉਸ ਜ਼ਿਲ੍ਹੇ ਦੇ ਕਿਸਾਨਾਂ ਦੇ ਨਾਲ ਇਸ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਜੋ ਠੱਗੀ ਵੱਜੀ, ਇਹ ਖਬਰਾਂ ਲੱਗੀਆਂ ਨੇ। ਆ ਤੁਸੀਂ ਪਹਿਲੀ ਖਬਰ ਦੇਖ ਰਹੇ ਹੋ, ਇਹਦੇ ਵਿੱਚ 13 ਕਿਸਾਨ ਨੇ ਤੇ 20 ਲੱਖ ਦੀ ਠੱਗੀ ਜਿਹੜੀ ਆ ਉਹਨਾਂ ਨਾਲ ਵੱਜੀ। ਉਹ ਕਿਸੇ ਨੂੰ ਜਿਹੜੇ ਸੀ ਉਹਨਾਂ ਤੋਂ ਅਨਾਜ ਖਰੀਦ ਲਿਆ ਤੇ ਉਹਨਾਂ ਨੂੰ ਦੇਤੇ ਚੈੱਕ, ਜਿਹੜੀਆਂ ਇਹ ਪ੍ਰਾਈਵੇਟ ਮੰਡੀਆਂ ਨੇ ਉਹਨਾਂ ਦੇ ਰਾਹੀਂ ਉਹਨਾਂ ਨੂੰ ਜਾ ਕੇ ਦਿੱਤੇ, ਜਿਹੜਾ ਘਰਾਂ ਦੇ ਵਿੱਚ ਪ੍ਰਾਈਵੇਟ ਮੰਡੀਆਂ ਦਾ ਹਾਲਾਤ ਦੇ ਗਏ। ਤੇ ਜਦੋਂ ਚੈੱਕ ਦੇਤੇ ਤੇ ਉਹਨਾਂ ਚੈੱਕ ਜਦੋਂ ਕੈਸ਼ ਕਰਾਉਣ ਵਾਸਤੇ ਲਾਏ ਤੇ ਉਹ ਚੈੱਕ ਖਾਤਿਆਂ 'ਚ ਪੈਸੇ ਹੀ ਨਹੀਂ, ਤਾਂ ਫਿਰ ਉਹਨਾਂ ਨੂੰ ਭੱਜਣਾ ਪਿਆ ਵੀ ਕਿੱਧਰ ਗਏ। ਬਹੁਤ ਭੱਜ ਨੱਠ ਕਰਕੇ ਤੇ ਉਹਨਾਂ ਨੂੰ ਇਹ ਜਿਹੜੇ ਨੇ ਇਹਨਾਂ ਦੇ ਨਾਲ ਜਿਹੜੀ ਆ ਉਹ ਠੱਗੀ ਵੱਜ ਗਈ। ਇਹ ਠੱਗੀ ਤੇ ਦੂਸਰਾ ਕੇਸ ਤੁਸੀਂ ਆਹ ਦੇਖੋ, ਇਹ ਵੀ ਨਏ ਕਾਨੂੰਨ ਦੇ ਤਹਿਤ ਆਹ ਵੇਖੋ ਤੁਸੀਂ, ਇਹ ਵੀ ਉਸੇ ਜ਼ਿਲ੍ਹੇ ਦੀ ਆ। ਇਹ ਬੜੀ ਸਪਸ਼ਟ ਲਿਖਿਆ, नए कृषि कानून की आड़ में किसानों से धोखे का होशंगाबाद जिले में 12 दिन में दूसरा मामला उजागर। 70 ਲੱਖ ਦੀ ਠੱਗੀ 59 ਕਿਸਾਨਾਂ ਦੇ ਨਾਲ ਵੱਜੀ ਆ। ਕੀ ਕੀਤਾ ਕਿ ਇਹਨਾਂ ਨੇ ਜਿਹੜੀਆਂ ਆ ਨਵੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਮੰਡੀਆਂ, ਜਿਹੜੀਆਂ ਨਵੀਂ ਮੰਡੀਆਂ ਆਉਂਦੀਆਂ ਨੇ, ਉੱਥੇ ਵਪਾਰੀ ਆਏ ਤੇ 50 ਰੁਪਏ ਵੱਧ ਸਰਕਾਰੀ ਮੰਡੀ ਨਾਲੋਂ ਰੇਟ ਉਹਨਾਂ ਨੂੰ ਲਾਲਚ ਦੇ ਕੇ ਤੇ ਕਿਹਾ ਵੀ ਇੱਥੇ ਲਿਆਓ ਤੇ ਅਸੀਂ ਤੁਹਾਡਾ ਜਿਹੜਾ ਧਾਨ ਆ ਉਹ ਇਸ ਰੇਟ ਤੇ ਖਰੀਦਾਂਗੇ। ਭਾਵ ਸਰਕਾਰੀ ਮੰਡੀ ਨੂੰ 50 ਰੁਪਏ ਵੱਧ ਦੇ ਕੇ ਦਾਲਾਂ ਵੀ ਧਾਨ ਵੀ ਉਹ ਲੈ। ਜਦੋਂ ਉੱਥੇ ਮੰਡੀ 'ਚ ਲਿਆਏ ਤੇ ਉਹਨਾਂ ਕੋਲੋਂ ਉਹਨਾਂ ਨੇ ਖਰੀਦ ਲਿਆ, ਵਪਾਰੀਆਂ ਨੇ 70 ਲੱਖ ਦਾ ਸਮਾਨ ਖਰੀਦ ਲਿਆ। ਕਿਸੇ ਨੂੰ 2000 ਐਡਵਾਂਸ ਦਿੱਤਾ, ਕਿਸੇ ਨੂੰ 4, ਕਿਸੇ ਨੂੰ 5, ਬਾਕੀ ਜਿਹੜਾ ਸੀ ਕਿਸੇ ਨੂੰ 1 ਪੈਸਾ ਨਹੀਂ ਦਿੱਤਾ ਤੇ ਉੱਥੋਂ ਉਹ ਰਫੂ ਚੱਕਰ ਹੋ ਗਏ। ਇਹ ਘਟਨਾ ਉਸ ਵਕਤ ਵਾਪਰੀ ਹੈ ਜਿਸ ਵਕਤ ਦਿੱਲੀ ਦੇ 4 ਚੁਫੇਰੇ ਇਹ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਲੱਖਾਂ ਲੋਕ ਧਰਨਾ ਲਾ ਕੇ ਬੈਠੇ ਨੇ। ਤੇ ਉਸ ਟਾਈਮ ਤੇ ਮੱਧ ਪ੍ਰਦੇਸ਼ ਜੋ ਕਿ ਜ਼ਿਆਦਾ ਦੂਰ ਨਹੀਂ, ਹੋਸ਼ੰਗਾਬਾਦ ਜ਼ਿਲ੍ਹਾ ਦੂਰ ਨਹੀਂ, ਤੇ ਉਸ ਟਾਈਮ ਤੇ ਕਿਸਾਨਾਂ ਨਾਲ ਠੱਗੀ ਵੱਜ ਗਈ। ਤੇ ਅਸੀਂ ਮੰਤਰੀ ਸਾਹਿਬ ਨੂੰ ਇਹ ਫਿਰ ਜਿਹੜੀਆਂ ਸੀ ਇਹ ਆ ਕਟਿੰਗਾਂ ਵਿਖਾਈਆਂ ਅਖਬਾਰਾਂ, ਤੇ ਮੰਤਰੀ ਸਾਹਿਬ ਇਹ ਉਸ ਵਕਤ ਗੱਲ ਕੀਤੀ ਕਿ ਮੰਤਰੀ ਸਾਹਿਬ ਕਹਿਣ ਲੱਗੇ ਕਿ ਤੁਸੀਂ ਜੀ ਇਹਨਾਂ ਕਾਨੂੰਨਾਂ ਨੂੰ ਸਾਲ 6 ਮਹੀਨੇ ਚੱਲਣ ਦਿਓ, ਤੇ ਜੇ ਕੋਈ ਗੜਬੜ ਹੋਏਗੀ ਤੇ ਫਿਰ ਆਪਾਂ ਇੱਥੇ ਕੋਈ ਵਿਚਾਰ ਕਰ ਲਾਂਗੇ। ਅਸੀਂ ਕਿਹਾ ਤੁਸੀਂ ਸਾਲ 6 ਮਹੀਨੇ ਦੀ ਗੱਲ ਕਰਦੇ ਹੋ, ਆ ਤਾਂ ਹੁਣੇ ਹੀ ਹੋ ਗਿਆ,
ਔਰ ਹੋਇਆ ਵੀ ਉਸ ਵਕਤ ਜਦੋਂ ਲੱਖਾਂ ਲੋਕ ਬੈਠੇ ਨੇ ਤੇ ਜਦੋਂ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਗਈ ਫਿਰ ਕੀ ਹੋਊ। ਤੇ ਮੰਤਰੀ ਕਹਿਣ ਲੱਗਾ ਜੀ ਅਸੀਂ ਪਤਾ ਕਰਦੇ ਹਾਂ। ਕੋਈ ਜਵਾਬ ਨਹੀਂ। ਫਿਰ ਅਗਲੇ ਦਿਨ ਕਹਿਣ ਲੱਗੇ ਦੂਸਰੀ ਮੀਟਿੰਗ ਅਸੀਂ ਜੀ ਪਤਾ ਕੀਤਾ ਤੇ ਉਹਨਾਂ ਲੋਕਾਂ ਨੂੰ ਜਿਹੜਾ ਅਸੀਂ ਪੈਸੇ ਦਵਾਤੇ ਨੇ। ਕਿੱਡੀ ਬੇਸ਼ਰਮੀ ਦੀ ਗੱਲ ਹੈ। ਸੋ ਇਸ ਕਰਕੇ ਤੁਹਾਨੂੰ ਇਹ ਨਹੀਂ ਲੱਗਦਾ ਜੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖੀਏ ਕਿ ਗੰਢਾ ਤੇ ਆਲੂ ਜਿਹੜਾ ਬਹੁਤ ਰੇਟਾਂ ਦੇ ਆਸਮਾਨ ਛੂਹੇ ਉਹਨਾਂ ਨੇ, ਜਿਵੇਂ ਕਿ ਇਹਦੇ ਕਾਨੂੰਨਾਂ ਦੇ ਤਹਿਤ ਜਿਹੜੇ ਹੈਗੇ ਵਪਾਰੀ ਨੂੰ ਸਟੋਰ ਕਰਨ ਦਾ ਜਿਹੜਾ ਖੁੱਲ੍ਹਾ ਅਧਿਕਾਰ ਦਿੱਤਾ ਕਿ ਵਪਾਰੀ ਜੋ ਵੀ ਅਨਾਜ ਸਟੋਰ ਕਰਨਾ ਕਰ ਸਕਦਾ, ਖੁੱਲ੍ਹਾ ਸਟੋਰ ਕਰ ਸਕਦਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਲੂ ਤੇ ਗੰਢਾ ਪਿੱਛੇ ਅਸਮਾਨਾਂ ਨੂੰ ਛੋਇਆ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੈਨੂੰ ਲੱਗਦਾ ਵੀ ਇਸ ਆਧਾਰ 'ਤੇ ਤਾਂ ਸਾਨੂੰ ਕਣਕ ਖਾਣ ਨੂੰ ਨਹੀਂ ਮਿਲਣੀ। ਤੁਸੀਂ ਇੱਕ ਗੱਲ ਵੇਖੋ ਕਿ ਅਸੀਂ ਇਸੇ ਗੱਲ ਦੀ ਗੱਲ ਜਿਹੜੀ ਉਹ ਖਾਲੀ ਡੱਬਾ ਮੰਗਦੇ ਸਾਡੇ ਕੋਲੋਂ, ਉਹ ਅਸੀਂ ਇਸੇ ਗੱਲ ਤੇ ਗੱਲ ਕਹੀ ਸੀ ਕਿ ਇਹ ਜਿਹੜੇ ਖੇਤੀ ਦੇ ਸੰਬੰਧ 'ਚ ਕਾਨੂੰਨ ਨੇ, ਇਹ ਖੇਤੀ ਸੰਬੰਧੀ ਕਾਨੂੰਨ ਤੁਹਾਡਾ ਕੇਂਦਰ ਦਾ ਅਧਿਕਾਰ ਨਹੀਂ, ਇਹ ਅਧਿਕਾਰ ਹੈ ਸੂਬਿਆਂ ਦਾ, ਸੂਬੇ ਕਰਨ। ਤੇ ਤੁਸੀਂ ਜੇ ਇਹ ਕੰਮ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਅੱਜ ਤੁਸੀਂ ਇਹ ਕੀਤਾ ਕਿ ਹੋਰ ਅੱਗੇ ਕੇਂਦਰ ਦੀ ਸਰਕਾਰ ਆਊਗੀ ਤਾਂ ਉਹ ਇਸ ਤੋਂ ਵੀ ਵੱਧ ਕੁਝ ਕਰ ਦੂਗੀ। ਇਸ ਕਰਕੇ ਸੂਬਿਆਂ ਦੇ ਅਧਿਕਾਰਾਂ 'ਚ ਦਖਲ ਨਾ ਦਿਓ। ਤੇ ਪਰ ਉਹ ਨਹੀਂ ਮੰਨੇ। ਹੁਣ ਇੱਥੇ ਇਹੀ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਜਦੋਂ ਇਹ ਪੁਰਾਣੀਆਂ ਜਿਹੜੀਆਂ ਸਰਕਾਰੀ ਮੰਡੀਆਂ ਨੇ, ਨਵੀਆਂ ਮੰਡੀਆਂ ਚੱਲ ਪਈਆਂ ਜਿੱਥੇ ਆ 50 ਰੁਪਏ ਵੱਧ ਲਾਲਚ ਦੇ ਕੇ ਤੇ ਉੱਥੇ ਇਹਨਾਂ ਨੇ ਅਨਾਜ ਬਣਾ ਲਿਆ, ਖਰੀਦ ਲਿਆ ਤੇ ਉਹ ਵੀ ਪੈਸਾ ਅਸਲ ਵੀ ਲੈ ਕੇ ਭੱਜ ਗਏ। 50 ਰੁਪਏ ਫਾਲਤੂ ਕੀ ਦੇਣੇ ਸੀ, ਜਿਹੜੇ ਅਸਲ ਪੈਸੇ ਸੀ ਉਹ ਹੀ ਲੈ ਕੇ ਭੱਜ ਗਏ। ਜਿਨ੍ਹਾਂ ਨੂੰ ਇਹ ਵਿਚੋਲੀਏ ਦੱਸਦੇ ਨੇ ਆੜਤੀ, ਹੁਣ ਆੜਤੀ ਦੇ ਥਰੂ ਜਿਹੜਾ ਮਾਲ ਦਿੱਤਾ ਹੁੰਦਾ ਤੇ ਉਹ ਜਿਹੜਾ ਸੀ ਉਹਦੇ ਪੈਸੇ ਜਿਹੜੇ ਸੀ ਕਿਸਾਨ ਨੂੰ ਉਹ ਆੜਤੀ ਤੋਂ ਲੈਣੇ ਲੈਣੇ, ਆੜਤੀ ਜਾਣੇ ਤੇ ਉਹ ਵਪਾਰੀ ਜਾਣੇ, ਇਹ ਉਹਨਾਂ ਨੂੰ ਵਿਚੋਲੇ ਦੱਸਦੇ ਨੇ। ਉਹਨਾਂ ਨੂੰ ਤਾਂ ਅੱਜ ਤੱਕ ਸਾਡੇ ਨਾਲ ਇਹ ਠੱਗੀ ਇਸ ਤਰ੍ਹਾਂ ਵੱਜੀ। ਫਿਰ ਇੱਕ ਗੱਲ ਹੋਰ ਬੜੀ ਵਿਚਾਰਨ ਵਾਲੀ ਆ, ਜਿਸ ਤਰ੍ਹਾਂ ਗੰਢੇ ਤੇ ਆਲੂਆਂ ਦੀ ਤੁਸੀਂ ਮਿਸਾਲ ਦਿੱਤੀ ਆ, ਉਹ ਸਾਡੇ ਸਾਹਮਣੇ ਪ੍ਰਤੱਖ ਹੈ। ਔਰ ਜੇਕਰ ਸਰਕਾਰੀ ਮੰਡੀਆਂ ਖਤਮ ਹੋ ਗਈਆਂ ਔਰ FCI ਵਰਗੀਆਂ ਏਜੰਸੀਆਂ ਖਤਮ ਹੋ ਗਈਆਂ, ਜੇਕਰ ਸਰਕਾਰ ਅਨਾਜ ਹੀ ਨਹੀਂ ਖਰੀਦੀ ਤਾਂ ਫਿਰ ਤੁਸੀਂ ਇਹ ਦੱਸੋ ਵੀ ਜਿਹੜਾ ਧਾਨ ਜਾਂ ਚਾਵਲ ਜਾਂ ਦਾਲਾਂ ਨਹੀਂ ਖਰੀਦੀਆਂ ਜਾਂਦੀਆਂ, ਸਰਕਾਰ ਖਰੀਦੀ ਨਹੀਂ, ਤੇ ਫਿਰ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਸਸਤੇ ਰੇਟ 'ਚ ਅਨਾਜ ਦਿੱਤਾ ਜਾਂਦਾ, ਅਜੇ ਕਿਸਾਨ ਤਾਂ ਫਿਰ ਵੀ ਕੁਝ ਨਾ ਕੁਝ ਆਪਣੇ ਬੱਚਿਆਂ ਲਈ 10-20 ਸਾਲ ਲੜਦਾ ਕੁਝ ਕਾਰਵਾਈ ਰੁਕ ਜੂਗਾ। ਪਰ ਜਿਹੜੇ ਮਜ਼ਦੂਰ ਲੋਕ ਨੇ, ਜਿਹੜੇ ਆਮ ਛੋਟੇ ਦੁਕਾਨਦਾਰ ਨੇ, ਰੇਹੜੀ ਫੜੀ ਵਾਲੇ ਨੇ, ਜਾਂ ਰਿਕਸ਼ਾ ਮਤਲਬ ਕਿ ਰਿਕਸ਼ੇ ਆਟੋ ਵਾਲੇ ਨੇ, ਜਾਂ ਟਰਾਂਸਪੋਰਟਰ ਨੇ, ਜਾਂ ਜਿੰਨੇ ਵੀ ਇਹ ਲੋਕ ਨੇ, ਮੁਲਾਜ਼ਮ ਨੇ, ਜਿਨ੍ਹਾਂ ਲੋਕਾਂ ਨੇ ਇਹ ਅਨਾਜ ਖਰੀਦ ਕੇ ਤੇ ਲੈਣਾ ਹੈ। ਹੁਣ ਮੈਨੂੰ ਇਹ ਦੱਸੋ ਵੀ ਆਹ ਜਿੰਨੇ ਵੀ ਲੋਕ ਨੇ ਇਸ ਟਾਈਮ ਤੇ ਆਹ ਚੈਨਲ ਚੱਲ ਰਿਹਾ ਤੁਹਾਡੇ ਆਪਣੇ ਹੈਗੇ ਨੇ ਮੋਬਾਈਲ ਨੇ, ਹੁਣ ਮੋਬਾਈਲ ਜਿਹੜੇ ਨੇ ਇਹ ਪ੍ਰਾਈਵੇਟ ਕੰਪਨੀਆਂ ਕੋਲ ਨੇ। ਕੀ ਅੱਜ ਤੱਕ ਕਿਸੇ ਪ੍ਰਾਈਵੇਟ ਕੰਪਨੀ ਨੇ ਕਿਸੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕੋਈ ਫ੍ਰੀ ਜਿਹੜਾ ਉਹ ਕਨੈਕਸ਼ਨ ਦਿੱਤਾ? ਨਹੀਂ ਨਾ ਦਿੱਤਾ। ਤੇ ਫਿਰ ਜਦੋਂ ਗੈਸ ਏਜੰਸੀਆਂ ਵੀ ਇਹਨਾਂ ਕੋਲ ਚੱਲ ਗਈਆਂ, ਇਹ ਸਾਰਾ ਕੁਝ ਇਹਨਾਂ ਕੋਲ ਚਲੇ ਗਿਆ, ਤੇ ਜਦੋਂ ਅਨਾਜ ਇਹਨਾਂ ਨੇ ਖਰੀਦ ਕੇ ਤੇ ਕਰ ਲਿਆ ਸਟੋਰ, ਤੇ ਫਿਰ ਇਹ ਦੱਸੋ ਵੀ ਗਰੀਬਾਂ ਨੂੰ ਸਸਤੇ ਰੇਟ ਤੋਂ ਕਿੱਥੋਂ ਮਿਲੂ? ਤੇ ਜਿਹੜੇ ਲੋਕ ਖਪਤਕਾਰ ਨੇ, ਜਾਂ ਉਹ ਮੁਲਾਜ਼ਮ ਨੇ, ਤੇ ਜਾਂ ਹੈਗੇ ਨੇ ਰੇਹੜੀ ਫੜੀ ਵਾਲੇ ਨੇ, ਜਾਂ ਇਹ ਰਿਕਸ਼ਾ ਚਾਲਕ ਆਦਿ ਨੇ, ਜਿੰਨੇ ਵੀ ਲੋਕ ਨੇ, ਇਹਨਾਂ ਲੋਕਾਂ ਨੂੰ ਵਾਜਬ ਰੇਟ ਤੇ ਕਿਵੇਂ ਮਿਲੂਗਾ? ਉਹ ਜਦੋਂ ਸਰਕਾਰੀ ਇਹਨਾਂ ਨੇ ਆਪਣੇ ਸਟੋਰ ਕਰ ਲਏ ਪ੍ਰਾਈਵੇਟਾਂ ਨੇ, ਅਬਾਨੀਆਂ ਅਡਾਨੀਆਂ ਨੇ, ਉਹ ਤਾਂ ਜਿਵੇਂ ਗੰਢੇ ਤੇ ਆਲੂ ਤੁਹਾਡੇ ਸਾਹਮਣੇ ਪਿਆਜ਼ ਆਲੂਆਂ ਦੀ ਮਿਸਾਲ ਹੈ, ਤੇ ਫਿਰ ਆਪਣੀ ਮਰਜ਼ੀ ਨਾਲ ਦੇਣਗੇ ਨਾ। ਸਾਰਾ ਅਨਾਜ ਉਹਨਾਂ ਨੇ ਸਟੋਰ ਕਰ ਲੈਣਾ ਵੱਡੇ ਵੱਡੇ ਸਟੋਰਾਂ, ਤੇ ਫਿਰ ਉਸ ਤੋਂ ਬਾਅਦ ਇਹ ਕਿਸ ਤਰ੍ਹਾਂ ਲੁੱਟ ਹੋਏਗੀ? ਇਸੇ ਲੁੱਟ ਨੂੰ ਜਿਹੜਾ ਰੋਕਣ ਵਾਸਤੇ ਜਿੱਥੇ ਸਾਡੇ ਕਿਸਾਨਾਂ ਤੇ ਘੋੜਾ ਚੱਲ ਰਿਹਾ, ਸਮੂਹ ਖਪਤਕਾਰਾਂ ਤੇ, ਤਾਂ ਹੀ ਅੱਜ ਦੇਸ਼ ਦੇ ਸਾਰੇ ਵਰਗ ਜਿਹੜੇ ਨੇ ਇਹ ਸਾਡੀ ਸਪੋਰਟ ਤੇ ਆ ਰਹੇ ਨੇ। ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਕਾਰਪੋਰੇਟ ਘਰਾਣੇ ਆਪਾਂ, ਕਿਉਂਕਿ ਆਪਾਂ ਮਾਲਕ ਹਾਂ, ਅਸੀਂ ਪੈਦਾ ਕਰਨ ਵਾਲੇ ਲੋਕ ਹਾਂ, ਅਨਾਜ ਪੈਦਾ ਕਰਨ ਵਾਲੇ ਹਾਂ, ਪਰ ਆਪਾਂ ਛੋਟੀ ਮਿਸਾਲ ਦਿੱਤੀ ਹੈ ਗੰਢੇ ਤੇ ਆਲੂ ਦੀ ਸਿਰਫ। ਜੇਕਰ ਅਸੀਂ ਆਲੂ ਤੇ ਗੰਢਾ ਪੈਦਾ ਕਰ ਸਕਦੇ ਹਾਂ, ਅਸੀਂ ਇਹਦੇ ਮੁਤਾਜ ਕੰਪਨੀਆਂ ਦੇ, ਕਾਰਪੋਰੇਟਾਂ ਦੇ ਮੁਤਾਜ ਹੋਏ ਬੈਠੇ ਹਾਂ। ਸਾਨੂੰ ਇਹ ਸੰਭਾਲ ਕਰਨੀ ਕਿਉਂ ਨਹੀਂ ਆਈ? ਕਿਉਂਕਿ ਅਸੀਂ ਆਲੂ ਤੇ ਗੰਢਾ ਸੰਭਾਲ ਸਕਦੇ ਹਾਂ, ਅਸੀਂ ਆਪਣੇ ਇੱਦਾਂ ਦੇ ਗੋਦਾਮ ਲਾ ਸਕਦੇ ਹਾਂ, ਉਹਨੂੰ ਸੇਵ ਕਿਉਂ ਨਹੀਂ ਕਰਦੇ ਅਸੀਂ? ਦੇਖੋ ਅਸਲ ਗੱਲ ਇਹ ਹੈ ਕਿ ਵੇਖੋ ਜਿਹੜਾ ਕੋਈ ਕਿੱਲੇ 1.5 ਕਿੱਲੇ ਜਾਂ 2 ਕਿੱਲੇ ਦਾ ਮਾਲਕ ਹੈ, 5 ਕਿੱਲਿਆਂ ਦਾ, 10 ਕਿੱਲਿਆਂ ਦਾ, ਮੈਂ ਕਹਾਂਗਾ ਕਿ 20-25 ਕਿੱਲਿਆਂ ਤੱਕ ਵੀ ਮੇਰੇ ਕੋਲ ਇਸ ਟਾਈਮ ਤੇ ਮੇਰੇ 3 ਬੇਟੇ ਨੇ, ਤੇ 3 ਬੇਟਿਆਂ ਕੋਲ 130 ਏਕੜ ਦੇ ਕਰੀਬ ਜ਼ਮੀਨ ਹੈ।
ਅਸੀਂ ਨਹੀਂ ਇਹ ਕੰਮ ਸਟੋਰ ਕਰ ਸਕਦੇ। ਇਹਦੇ ਵਿੱਚ ਤਾਂ ਕੋਈ ਐਸਾ ਕੰਮ ਹੋਵੇ, ਸਰਕਾਰਾਂ ਜਿਹੜੀਆਂ ਨੇ, ਜਿਸ ਤਰ੍ਹਾਂ ਕੋਆਪਰੇਟਿਵ ਸੋਸਾਇਟੀ ਨੇ, ਅਦਾਰੇ ਨੇ, ਉਹਨਾਂ ਦੇ ਰਾਹੀਂ ਇਸ ਤਰ੍ਹਾਂ ਦਾ ਕੰਮ ਜਿਹੜਾ ਕੀਤਾ, ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ? ਇਹ ਕੰਮ ਸਰਕਾਰਾਂ ਦਾ। ਸਰਕਾਰਾਂ ਇਹੋ ਜਿਹੇ ਅਦਾਰੇ ਜਿਹੜੇ ਨੇ ਜਿਨ੍ਹਾਂ ਨੂੰ ਇਹ ਫੇਲ ਕਰ ਰਹੀਆਂ ਨੇ, ਪ੍ਰਾਈਵੇਟਾਂ ਨੂੰ ਲਿਆ ਰਹੀਆਂ ਨੇ, ਇਹ ਅਦਾਰੇ ਉਹ ਇਹ ਚਲਾਉਣ ਤੇ ਜਾਂ ਕੋਈ ਇਸ ਤਰ੍ਹਾਂ ਦੀਆਂ ਸੋਸਾਇਟੀਆਂ ਜਿਹੜੇ ਚੱਲਣ, ਫਿਰ ਹੋ ਸਕਦਾ ਇਹ ਕਲਾਕਾਰ ਆਦਮੀ ਦੇ ਵੱਸ ਦੀ ਗੱਲ ਜਿਹੜੀ ਆ। ਪਰ ਜਿਹੜੀਆਂ ਸਰਕਾਰਾਂ ਨੇ ਤਾਂ ਇੱਥੋਂ ਤੱਕ ਕਿ ਸਾਡੀਆਂ ਗਲੀਆਂ ਨਾਲੀਆਂ ਤੇ ਜਿਹੜੇ ਰੋਡ ਆ ਉਹਨਾਂ ਤੇ ਵੀ ਟੈਕਸ ਲਾਤੇ। ਕਿਉਂ ਲਾਤੇ? ਕਿਉਂਕਿ ਉਹਨਾਂ ਨੇ ਕੰਪਨੀਆਂ ਨੂੰ ਵੇਚਤਾ ਸਾਰਾ ਕੁਝ, ਜੇਲ੍ਹਾਂ ਥਾਣੇ ਤੱਕ ਠੇਕਿਆਂ ਦੇ ਦਿੱਤੇ ਆ, ਤੇ ਉਹ ਸਾਡੇ ਲਈ ਇਹ ਅਨਾਜ ਸੇਵ ਕਰਨ ਵਾਸਤੇ ਕਿਉਂ ਇਹ ਕਰਨਗੇ? ਫਿਰ ਇੱਕ ਗੱਲ ਆ, ਮੈਨੂੰ ਇੱਕ ਗੱਲ ਦੱਸੋ, ਕਿਹਦੀ ਗਿਣਤੀ ਕਰੋਗੇ? ਰੋਡ ਜਿਹੜੇ ਉਹ ਦੇਤੇ, ਠੇਕੇ ਤੇ ਹੋ ਗਏ। ਬੱਸਾਂ ਪ੍ਰਾਈਵੇਟ, ਰੇਲਵੇ ਟ੍ਰੇਨ, ਰੇਲਵੇ ਡਿਪਾਰਟਮੈਂਟ ਗਿਆ, 에ਅਰਪੋਰਟ ਗਿਆ। ਫਿਰ ਤੁਸੀਂ ਦੱਸੋ ਭਈ ਹਸਪਤਾਲ ਗਏ, ਸਕੂਲ ਗਏ। ਜਦੋਂ ਸਾਰੀਆਂ ਚੀਜ਼ਾਂ ਯਾਰ ਚਲੇ ਗਈਆਂ ਤੇ ਸਰਕਾਰ ਬਣਾਉਣੀ ਕਾਹਦੇ ਲਈ ਆ? ਤੇ ਸਭ ਕੁਝ ਇਹਨਾਂ ਕੋਲ ਚਲੇ ਗਿਆ, ਅਬਾਨੀਆਂ ਡਾਨੀਆਂ ਕੋਲ, ਤੇ ਇਹ ਕੱਲ ਨੂੰ ਸਾਡਾ ਸਾਰਾ ਸਰਮਾਇਆ ਇਹ ਲੁੱਟ ਕੇ ਚਲ ਜਾਣਗੇ ਬਾਹਰ। ਤੇ ਜਿਵੇਂ ਪਹਿਲਾਂ ਲੋਕ ਦਿਵਾਲੇ ਕੱਢਦੇ ਸੀ, ਆਮ ਤੌਰ ਦੇ ਉੱਤੇ ਵਪਾਰੀ ਲੋਕ, ਕਈ ਸ਼ਾਹੂਕਾਰ ਜਿਹੜੇ ਸੀ ਉਹ ਦਿਵਾਲੇ ਕੱਢ ਦਿੰਦੇ ਸੀ, ਤੇ ਇਹ ਜਿਹੜੇ ਵਪਾਰੀ ਲੋਕ ਜਿਹੜੇ ਅੱਜ ਖਰੀਦ ਰਹੇ ਨੇ ਇਹ ਵੀ ਦਿਵਾਲਾ ਕੱਢ ਕੇ ਚਲੇ ਜਾਣਗੇ। ਤੇ ਫਿਰ ਇੱਥੇ ਸਾਡੇ ਰਾਜ ਕੌਣ ਕਰੂਗਾ? ਇਹ ਕਿਸੇ ਪਾਕਿਸਤਾਨ ਕੋਲੇ, ਇਹ ਚਾਈਨਾ ਕੋਲੇ ਜਾਂ ਅਮਰੀਕਾ ਵਰਗਾ ਕੋਲੇ ਪਾ ਦੇਣਗੇ ਸਾਡੇ ਦੇਸ਼ ਨੂੰ। ਗੱਲ ਵੀ ਭਾਈ ਸਾਨੂੰ ਪੈ ਗਿਆ ਘਾਟਾ ਤੇ ਆਹ ਤੁਹਾਨੂੰ ਅਸੀਂ ਇੰਨੇ 'ਚ ਦਿੱਤਾ, ਫਿਰ ਕੀ ਕਰੋਗੇ? ਇਹ ਸਵਾਲ ਦਾ ਜਵਾਬ ਕੌਣ ਦੇਊਗਾ? ਆਪਾਂ ਦੇਖ ਰਹੇ ਸੀਗੇ ਕਿ ਭਾਈ ਬਲਦੇਵ ਸਿੰਘ ਸਿਰਸਾ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਨੋਟਿਸ ਜਿਹੜਾ ਹੈਗਾ ਉਹਨਾਂ ਨੂੰ NIA ਵੱਲੋਂ ਆਇਆ, ਕਹਿੰਦੇ ਅਸੀਂ ਪੇਸ਼ ਨਹੀਂ ਹੋਵਾਂਗੇ। ਤੇ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ BJP ਦੇ ਲੈਟਰ ਤੇ ਇੱਕ ਜਿਹੜੀ ਆ ਪੋਸਟ ਵਾਇਰਲ ਹੁੰਦੀ, ਉਹਦੇ ਵਿੱਚ ਸ਼ਰੇਆਮ ਲਿਖਿਆ ਗਿਆ ਕਿ ਜੇਕਰ ਇਹ 26 ਤਰੀਕ ਨੂੰ ਮਾਰਚ ਆਉਂਦਾ, ਉਸ ਮਾਰਚ ਦੇ ਵਿੱਚ ਕੋਈ ਵੀ ਹਿੰਸਕ ਘਟਨਾ ਵਾਪਰਦੀ ਆ ਤਾਂ BJP ਦੇ ਵਰਕਰ ਉਸ ਨੂੰ ਰੋਕਣ ਲਈ ਜੋ ਵੀ ਕਾਰਵਾਈ ਕਰਨਗੇ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਊਗੀ। ਸੋ ਸ਼ਰੇਆਮ ਜਿਹੜੀ ਹੈਗੀ ਆ ਉਹ ਭਾਰਤੀ ਸਰਕਾਰ ਅਤੇ ਜਿਹੜੀ ਇਹ ਸਾਰੇ ਰਲ ਮਿਲ ਕੇ ਪ੍ਰਸ਼ਾਸਨ ਜਿਹੜਾ ਹੈ ਇਸ ਮਾਰਚ ਨੂੰ ਰੋਕਣ ਦੇ ਲਈ ਕੋਈ ਵੀ ਹਿੰਸਾ ਕਰਨਾ ਜਿਹੜੀ ਕਰਵਾ ਸਕਦੇ ਆ। ਇਹਨਾਂ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਆਪਾਂ ਹਿੰਸਾ ਜਿਹੜੀ ਆ ਉਸ ਨੂੰ ਰੋਕ ਕੇ ਤੇ ਬਹੁਤ ਹੀ ਜਮਹੂਰੀ ਤਰੀਕੇ ਦੇ ਨਾਲ ਸ਼ਾਂਤਮਈ ਰਹਿ ਕੇ ਇਸ ਮਾਰਚ ਦਾ ਹਿੱਸਾ ਬਣਨਾ, ਤਾਂ ਜੋ ਆਪਾਂ ਭਾਰਤ ਦੀ ਨਿਗਾਹ ਦੇ ਵਿੱਚ, ਆਮ ਜਨਤਾ ਦੀ ਨਿਗਾਹ ਦੇ ਵਿੱਚ ਸਾਫ਼ ਸੁਥਰੇ, ਜਿਵੇਂ ਆਪਾਂ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ, ਉਸੇ ਤਰ੍ਹਾਂ ਆਪਾਂ ਸੰਘਰਸ਼ ਨੂੰ ਜਿਹੜਾ ਜਿੱਤ ਕੇ ਤੇ ਆਪਾਂ ਅਮਨ ਅਮਾਨ ਨਾਲ ਪੰਜਾਬ ਵਾਪਸ ਜਾਣਾ ਜੀ। ਧੰਨਵਾਦ। ਸੁਰਖਾਬ TV ਦੇਖ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।